ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਏ ਹਾਂ ਸਟਾਰ ਟਾਕ ਦਾ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਕੁਝ ਚਲੰਤ ਮਸਲੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਅਤੇ ਖਾਸ ਕਰਕੇ ਜਿਹੜੇ ਹੁਣ ਚਰਚਾ ਦੇ ਵਿੱਚ ਨੇ ਉਹਨਾਂ ਮਸਲਿਆਂ 'ਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗੇ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਹਰਕੀਰਤ ਜੀ। ਹਰਕੀਰਤ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ, ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ, ਜਿਹੜਾ ਵਿਸ਼ਾ ਉਹ ਹੈ ਜੀ, ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਓਮੀਕਰੋਨ ਇੱਕ ਨਵਾਂ ਕੋਵਿਡ ਵੇਰੀਐਂਟ ਹੈ ਜਿਹੜਾ ਕਾਫੀ ਚਰਚਾ ਦੇ ਵਿੱਚ ਹੈ ਅਤੇ ਲਗਾਤਾਰ ਪਿਛਲੇ 2 ਸਾਲ ਇਸੇ ਅਧੇੜਬੰਦ ਦੇ ਵਿੱਚ ਲੰਘ ਗਏ ਨੇ। ਕਦੀ ਡੈਲਟਾ ਵੇਰੀਐਂਟ ਆ ਗਿਆ, ਕਦੀ ਕੋਈ ਵੇਰੀਐਂਟ ਆ ਗਿਆ। ਸੋ ਲਗਾਤਾਰ ਜਿਹੜਾ ਲੋਕ ਅਜੇ ਵੀ ਕੋਵਿਡ ਦੇ ਚੱਕਰ ਦੇ ਵਿੱਚ ਉਲਝੇ ਹੋਏ ਨੇ। ਸੋ ਤਕਰੀਬਨ ਜਿਹੜਾ 2021 ਦਾ ਸਾਲ ਖਤਮ ਹੋਣ ਵਾਲਾ, ਦਸੰਬਰ ਦਾ ਮਹੀਨਾ ਚੱਲ ਰਿਹਾ। ਸੋ 2022 ਜਿਹੜਾ ਆ ਉਹ ਕਿਸ ਤਰ੍ਹਾਂ ਰਹੇਗਾ ਜਿਹੜਾ ਕੋਵਿਡ ਦੇ ਹਿਸਾਬ ਦੇ ਨਾਲ। ਸੋ 2022 ਨੂੰ ਕਿਸ ਤਰ੍ਹਾਂ ਜਿਹੜੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇਖ ਰਹੀਆਂ ਨੇ, ਕਿਉਂਕਿ ਜਿਹੜਾ ਓਮੀਕਰੋਨ ਅਜੇ ਨਵਾਂ ਹੀ ਵੇਰੀਐਂਟ ਜਿਹੜਾ ਆਇਆ, ਅਜੇ ਇਸ ਦੇ ਬਾਰੇ ਪੂਰੀ ਜਿਹੜੀ ਘੋਖ ਪੜਤਾਲ ਵੀ ਨਹੀਂ ਹੋਈ ਵੀ ਇਹਦੇ ਕਿਸ ਤਰ੍ਹਾਂ ਦੇ ਪ੍ਰਭਾਵ ਹੋਣਗੇ। ਸੋ ਇਹਦੇ ਬਾਰੇ ਚਰਚਾ ਕਰਾਂਗੇ। ਤਾਂ ਇੱਕ ਅੱਧਾ ਹੋਰ ਟੌਪਿਕ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਸਭ ਤੋਂ ਪਹਿਲਾਂ ਇਸ 'ਤੇ ਗੱਲ ਕਰਦੇ ਹਾਂ ਵੀ 2022 ਕਿਸ ਤਰ੍ਹਾਂ ਦਾ ਰਹੇਗਾ। ਪੈਂਡੇਮਿਕ ਮਹਾਮਾਰੀ ਦੇ ਦੌਰਾਨ ਕੀ ਇਸੇ ਤਰ੍ਹਾਂ ਸਾਰਾ ਕੁਝ ਚੱਲਦਾ ਰਹੇਗਾ ਜਾਂ ਕੁਝ ਸੁਧਾਰ ਵੀ ਹੋਵੇਗਾ? ਅੱਛਾ ਹਰਕੀਰਤ ਜੀ, ਆਪਾਂ ਇਸ ਤੋਂ ਸ਼ੁਰੂ ਕਰਦੇ ਹਾਂ। ਹਾਂਜੀ, ਵੀ ਹੁਣ ਜਿਹੜਾ ਕਿਉਂਕਿ ਨਵਾਂ ਜਿਹੜਾ ਓਮੀਕਰੋਨ ਵੇਰੀਐਂਟ ਕੁਝ ਇਹਨੂੰ ਹਫ਼ਤੇ ਹੋਏ ਨੇ, ਦਿਨ ਹੋਏ ਨੇ ਜਿਹੜੇ ਆਏ ਨੂੰ, ਸੋ ਕਾਫੀ ਚਰਚਾ ਦੇ ਵਿੱਚ ਹੈ। ਸੋ ਹੁਣ ਜਿਹੜੀਆਂ ਸਰਕਾਰਾਂ ਵੀ ਗੱਲ ਕਰਨ ਲੱਗ ਪਈਆਂ ਨੇ ਵੀ ਜਿਹੜਾ 2022 ਕਿਉਂਕਿ ਹੁਣ ਥੋੜ੍ਹੇ ਦਿਨ ਰਹਿ ਗਏ ਨੇ, ਸੋ ਇਹ ਵੀ ਕੋਵਿਡ ਦੇ ਵਿੱਚ ਹੀ ਨਿਕਲੇਗਾ। ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਸਿਮਰਤ ਜੀ, ਕੋਵਿਡ ਦੇ ਵਿੱਚ ਹੀ ਨਿਕਲੇਗਾ ਇਹ ਤਾਂ ਆਪਾਂ ਗੱਲ ਨਹੀਂ ਕਹਿ ਸਕਦੇ ਹੈਗੇ। ਜਿਵੇਂ ਆਪਾਂ ਕਹਿੰਦੇ ਕਿ ਇਹ ਪੋਸਟ ਪੈਂਡੇਮਿਕ ਜੋ ਵੀ ਚੀਜ਼ ਹੈ ਇਹ ਉਹਦੇ ਵਿੱਚ ਆਪਾਂ ਨਿਕਲੇਗਾ ਇਹ ਚੀਜ਼। ਕਹਿਣ ਦਾ ਭਾਵ ਇਹ ਹੈ ਕਿ ਜਦ ਵੀ ਆਪਾਂ ਗੱਲ ਕਰਦੇ ਆ ਕਿ ਇਹ ਕਦ ਖਤਮ ਹੋਏਗਾ, ਇਹਦੇ ਕੀ ਕੌਨਸੀਕੁਐਂਸਿਸ ਹੋਣਗੇ, ਇਹਦਾ ਉਦੋਂ ਬਾਅਦ ਵਾਲਾ ਜਿਹੜਾ ਅਸਰ ਹੋਏਗਾ ਉਹ ਚੀਜ਼ ਹੈ। ਸੋ ਹੁਣ ਮੈਨੂੰ ਲੱਗਦਾ ਕਿ ਇਹ ਜਿਹੜਾ 2022 ਹੈ ਇਹ ਤਕਰੀਬਨ ਜਿਹੜਾ ਇਹਦਾ ਜਿਹੜਾ ਤਕਰੀਬਨ ਜਿਹੜੀ ਚੀਜ਼ ਹੈ ਕਿ ਇਹ ਜਿਹੜੇ ਜਿੰਨੇ ਬਾਅਦ ਵਿੱਚ ਉਹਦੇ ਇਫੈਕਟਸ ਹੋਣਗੇ ਪੋਸਟ ਕਰੋਨਾ ਇਫੈਕਟ ਨੂੰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਪੀਰੀਅਡ ਹੈ ਇਹ ਜੀ। ਠੀਕ ਹੈ। ਸੋ ਆਪਾਂ ਇਹਦੇ ਨਾਲ ਰਹਿਣਾ ਸਿੱਖ ਗਏ ਹਾਂ। ਸੋ ਇਹ ਲੰਬੇ ਟਾਈਮ ਵਾਸਤੇ, ਜਦ ਇਹ ਸ਼ਾਇਦ ਤੁਹਾਨੂੰ ਯਾਦ ਹੋਣਾ ਕਿ 2020 ਦੀ ਦਸੰਬਰ ਦੇ ਵਿੱਚ ਆਵੇ ਪ੍ਰੋਗਰਾਮ ਕੀਤਾ ਸੀ ਜਿਸ 'ਚ ਮੈਂ ਇਹ ਗੱਲ ਕਹੀ ਸੀ ਕਿ 2021 ਜਿਹੜਾ ਹੈ ਉਹ ਸਾਨੂੰ ਇਹ ਝੇਲਣਾ ਪਏਗਾ ਹਜੇ ਕਰੋਨਾ ਵਾਇਰਸ ਨੂੰ। ਇਹਦੀਆਂ ਮਿਊਟੇਸ਼ਨਸ ਆਉਣਗੇ, ਨਵੇਂ ਇਹਦੇ ਵੇਰੀਐਂਟ ਆਉਣਗੇ, ਪਰ ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਸੀ ਕਿ ਇੰਨਾ ਇਹ ਖਿੱਚ ਜਾਏਗਾ ਕਿ 2021 ਵੀ ਕੰਪਲੀਟ ਇਹਦੇ ਵਿੱਚ ਨਵੇਂ ਵੇਰੀਐਂਟਸ ਵਿੱਚ ਅਸੀਂ ਉਹਦੇ ਨਾਲ ਜੂਝਦੇ ਹੋਏ ਨਿਕਲ ਜਾਵਾਂਗੇ। ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹੀ ਸੀ ਤੁਹਾਨੂੰ ਕਿ ਜਿਹੜਾ ਸਭ ਤੋਂ ਇਫੈਕਟਿਵ ਜਾਂ ਸਭ ਤੋਂ ਜਿਹੜਾ ਖਤਰਨਾਕ ਵੇਰੀਐਂਟ ਆਏਗਾ ਉਹ ਆਏਗਾ ਅਫਰੀਕਾ ਤੋਂ, ਕਿਉਂਕਿ ਉੱਥੇ ਪਹਿਲਾਂ ਜੋ ਕੁਝ ਹੋ ਚੁੱਕਿਆ ਹੈ ਉਹਦੇ ਹਿਸਾਬ ਦੇ ਨਾਲ ਉਹਦੀ ਜਿਹੜੀ ਉਹਨਾਂ ਦੀ ਰੈਜ਼ਿਸਟੈਂਟ ਪਾਵਰ ਸੀ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਚੁੱਕੀ ਸੀ। ਸੋ ਉੱਥੋਂ ਵੇਰੀਐਂਟ ਨੂੰ ਆਪਣਾ ਜਿਹੜਾ ਵਾਇਰਸ ਨੂੰ ਖੁਦ ਬਹੁਤ ਜ਼ਿਆਦਾ ਸਟਰੋਂਗ ਹੋ ਕੇ ਆਉਣਾ ਪੈਣਾ ਸੀ ਤਾਂ ਕਿ ਜੋ ਇਫੈਕਟਿਵ ਹੁੰਦਾ ਕਿਸੇ ਚੀਜ਼ ਵਾਸਤੇ। ਠੀਕ ਹੈ। ਸੋ ਜਿਹੜਾ ਆਪਾਂ ਓਮੀਕਰੋਨ ਦੀ ਗੱਲ ਕਰ ਰਹੇ ਹਾਂ ਉਹ ਆਇਆ। ਸੋ ਲੇਕਿਨ ਹੌਲੀ ਹੌਲੀ ਕੀ ਹੋਇਆ, ਉਹਦੀ ਜਿਹੜੀ ਪੋਟੈਂਸੀ ਸੀ ਉਹ ਘਟਦੀ ਗਈ। ਹੁਣ ਇਹਦੀ ਜਿਹੜੀ ਫੈਲਣ ਦੀ ਜਿਹੜੀ ਸ਼ਮਤਾ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ, 500 ਟਾਈਮਸ ਮੋਰ ਦੈਨ ਦ ਪ੍ਰੀਵੀਅਸ ਵਨ। ਠੀਕ ਹੈ। ਲੇਕਿਨ ਜਿਹੜੀ ਇਹਦੀ ਇਫੈਕਟਿਵਨੈਸ ਹੈ, ਕਹਿੰਦਾ ਭਾਵ ਹੈ ਕਿ ਜਿਹੜਾ ਇਹਦਾ ਡੈਮੇਜ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਹੈ ਕਾਫੀ ਜ਼ਿਆਦਾ। ਸੋ ਉਹਦੀ ਪੋਟੈਂਸੀ ਜਿਹੜੀ ਹੈ ਉਹ ਕਾਫੀ ਘੱਟ ਗਈ ਹੈ, ਕਿਉਂਕਿ ਉਹਦੇ ਕਈ ਕਾਫੀ ਜ਼ਿਆਦਾ ਤੁਸੀਂ ਪੜ੍ਹਿਆ ਹੋਣਾ ਕਿ ਉਹਦੇ ਜੋ ਉਹਦੇ ਇਫੈਕਟ ਨੇ ਕਿਉਂ ਆਏ ਇਸ ਕਰਕੇ। ਕਿਉਂਕਿ ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਵੈਕਸੀਨਸ ਨੇ, ਹੁਣ ਹਰ ਇੱਕ ਨੇ ਜਿਹੜੇ ਵੈਕਸੀਨਸ ਨੇ ਕਾਫੀ ਤੁਸੀਂ ਕਹੀਏ ਬਟ ਟੋਟਲ ਵਰਲਡ ਵਿੱਚ 47% ਆਫ ਦਾ ਪੀਪਲ ਹੈ ਨੇ ਜਿਨ੍ਹਾਂ ਨੇ ਟੋਟਲ 2 ਵਾਰ ਵੈਕਸੀਨ ਹੁਣ ਦੀ ਹੋ ਚੁੱਕੀ ਹੈ, ਡਬਲ ਵੈਕਸੀਨੇਟਡ ਹੋ ਚੁੱਕੇ ਨੇ। ਐਜ਼ ਕੰਪੇਅਰ ਟੂ ਅਫਰੀਕਾ, ਤੁਸੀਂ ਹੈਰਾਨ ਹੋਵੋਗੇ ਅਫਰੀਕਾ ਵਿੱਚ ਸਿਰਫ 7% ਆਫ ਦਾ ਜੋ ਟੋਟਲ ਪਾਪੂਲੇਸ਼ਨ ਹੈ ਉਹ ਵੈਕਸੀਨੇਟਡ ਹੋਈ ਹੈ। ਇਹ ਵੀ ਆਪਣੇ ਹਰਕੀਰਤ ਜੀ ਕਾਫੀ ਚਰਚਾ ਦੇ ਵਿੱਚ ਗੱਲ ਰਹੀ ਹੈ। WHO ਵੱਲੋਂ ਵੀ ਕਾਫੀ ਵਾਰੀ ਕਿਹਾ ਗਿਆ ਵੀ ਜਿਹੜੇ ਅਮੀਰ ਕੰਟਰੀਜ਼ ਨੇ, ਅਮੀਰ ਦੇਸ਼ ਨੇ, ਉਹ ਜਿਹੜੇ ਗਰੀਬ ਦੇਸ਼ ਨੇ ਉਹਨਾਂ ਨੂੰ ਜਿਹੜੀ ਵੈਕਸੀਨ ਹੈ ਡੋਨੇਟ ਕਰਨ, ਸੋ ਤਾਂ ਕਿ ਉੱਥੇ ਵੀ ਜਿਹੜੀ ਵੈਕਸੀਨੇਸ਼ਨ ਦਾ ਵਿੱਚ ਵਾਧਾ ਹੋ ਸਕੇ। ਕਿਉਂਕਿ ਅਲਟੀਮੇਟਲੀ ਗੱਲ ਤਾਂ ਉਹੀ ਨਾ ਵੀ ਜੇ ਉਹਨਾਂ ਦੇਸ਼ਾਂ ਤੋਂ ਜਿਹੜੇ ਲੋਕ ਨੇ ਟਰੈਵਲ ਕਰਕੇ ਦੂਸਰੇ ਦੇਸ਼ਾਂ 'ਚ ਜਾਣਗੇ ਤਾਂ ਉਹ ਫੈਲੇਗਾ ਉੱਥੇ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸ ਕਰਕੇ ਕਿਉਂਕਿ ਅਲਟੀਮੇਟਲੀ ਦੇਖੋ ਹੁਣ ਜਿਹੜਾ ਹੈ ਗਲੋਬਲ ਵਿਲੇਜ ਆਪਾਂ ਹਮੇਸ਼ਾ ਕਹਿੰਦੇ ਕਿ ਬਣ ਗਿਆ ਹੈ ਔਰ ਪੀਪਲ ਟਰੈਵਲ ਸੋ ਮਚ ਕਿ ਹਰ ਬੰਦਾ, ਹਰ ਚੌਥਾ ਬੰਦਾ ਉਹ ਟਰੈਵਲ ਕਰਨ ਦੀ ਕੋਸ਼ਿਸ਼ ਕਰਦਾ, ਚਾਹੇ ਉਹ ਆਪਣੇ ਪਰਸਨਲ ਰੀਜ਼ਨ ਕਰਕੇ ਹੋਵੇ, ਚਾਹੇ ਉਹ ਬਿਜ਼ਨਸ ਕਰਕੇ ਹੋਵੇ, ਚਾਹੇ ਉਹ ਆਪਣੀ ਜੌਬਸ
ਰਿਲੇਟਡ ਕੋਈ ਵੀ ਟਰੈਵਲ ਜਿਹੜੀ ਹੈਗੀ ਹੈ। ਸੋ ਉਹ ਜਿਹੜੀ ਟਰੈਵਲ ਹੈ ਉਹ ਜੇ ਆਪਾਂ ਗੱਲ ਕਰੀਏ ਕਿ ਉਹ ਸਿਰਫ ਜਿਹੜੇ ਡਿਵੈਲਪ ਕੰਟਰੀ ਨੇ ਉਹੀ ਕਰਨ, ਇਸ ਤਰ੍ਹਾਂ ਨਹੀਂ ਹੈਗਾ। ਹੁਣ ਜਿਹੜੇ ਥਰਡ ਵਰਲਡ ਕੰਟਰੀਜ਼ ਹੈ ਨੇ ਜਾਂ ਜਿਹੜੇ ਏਸ਼ੀਆ ਪੈਸੀਫਿਕ ਕੰਟਰੀ ਹੈ ਨੇ ਜਾਂ ਅਫਰੀਕਾ ਦੇ ਕੰਟਰੀ ਹੈ ਨੇ, ਉਹਨਾਂ ਵਿੱਚ ਬਹੁਤ ਸਾਰੇ ਲੋਕ ਵੀ ਟਰੈਵਲ ਕਰਦੇ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਇੱਥੇ ਆ ਕੇ ਡਿਵੈਲਪ ਕੰਟਰੀ ਵਿੱਚ ਆ ਕੇ ਵਸੇ ਹੋਏ ਨੇ ਉਹ ਬੈਕ ਹੋਮ ਆਪਣਾ ਜਾਂਦੇ ਨੇ ਔਰ ਉੱਥੋਂ ਫਿਰ ਉਹ ਵਾਇਰਸ ਨਾਲ ਲੈ ਕੇ ਆਉਂਦੇ ਨੇ। ਸੋ ਤਾਂ ਹੀ ਹੁਣ ਮੈਂ ਇਹ ਗੱਲ ਹਮੇਸ਼ਾ ਇੱਕ ਲਾਸਟ ਟਾਈਮ ਵੀ ਇਹ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਆਪਣੇ ਡਿਵੈਲਪ ਕੰਟਰੀ ਹੈ ਨੇ ਉਹਨਾਂ ਨੂੰ ਇਹ ਜੇ ਆਪਣੇ ਆਪ ਨੂੰ ਸੇਫ ਰੱਖਣਾ ਹੈ ਤਾਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਰਨੀ ਪੈਣੀ ਹੈ ਕਿ ਉਹ ਅੰਡਰ ਡਿਵੈਲਪ ਕੰਟਰੀ ਹੈ ਨੇ ਉਹਨਾਂ ਦੀ ਹੈਲਪ ਕਰਨ ਤਾਂ ਕਿ ਉਹ ਵੀ ਸੇਫ ਹੋਣ, ਤਾਂ ਕਿ ਜੋ ਉੱਥੋਂ ਘੱਟ ਤੋਂ ਘੱਟ ਜਿਹੜੇ ਹੈ ਨੇ ਉਹ ਨਵੇਂ ਜਿਹੜੇ ਵੇਰੀਐਂਟਸ ਆਉਣ ਔਰ ਨਵੇਂ ਜਿਹੜੀ ਮਿਊਟੈਂਟਸ ਹੋ ਕੇ ਉਹ ਨਾ ਆਉਣ। ਦੇਖੋ ਹਰਕਿਰਤ ਜੀ, ਜਦੋਂ ਤੋਂ ਜਿਹੜਾ ਕੋਵਿਡ ਸ਼ੁਰੂ ਹੋਇਆ 2019 ਤੋਂ ਲੈ ਕੇ ਹੁਣ ਤੱਕ ਇਹ ਕਿਹਾ ਜਾ ਰਿਹਾ ਵੀ ਜਿਹੜੇ ਅੰਕੜੇ ਨੇ ਤਕਰੀਬਨ 5 ਮਿਲੀਅਨ ਤੋਂ ਉੱਪਰ ਜਿਹੜੇ ਲੋਕ ਆਪਣੀ ਜਾਨ ਗਵਾ ਚੁੱਕੇ ਨੇ। 257 ਮਿਲੀਅਨ ਤੋਂ ਵੱਧ ਜਿਹੜੇ ਲੋਕ ਨੇ ਜਿਹੜੇ ਇਸ ਵੱਖ-ਵੱਖ ਜਿਹੜੇ ਵੇਰੀਐਂਟ ਨੇ ਜਾਂ ਵੱਖ-ਵੱਖ ਕੋਵਿਡ ਦੀਆਂ ਉਹਨਾਂ ਤੋਂ ਅਫੈਕਟਡ ਨੇ। ਤੇ ਇਸ ਤੋਂ ਇਲਾਵਾ ਜਿਹੜੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਤਕਰੀਬਨ ਕਿਹਾ ਜਾ ਰਿਹਾ ਵੀ ਅੱਧੀ ਆਬਾਦੀ ਨੂੰ ਘੱਟੋ ਘੱਟ ਇੱਕ ਜਿਹੜੀ ਡੋਜ਼ ਲੱਗ ਚੁੱਕੀ ਹੈ। ਅੱਛਾ, ਇੱਕ ਗੱਲ ਹੋਰ ਬੜੀ ਇੰਟਰਸਟਿੰਗ ਹੈ ਜਿਹੜੀ ਆਪਾਂ ਤੁਸੀਂ ਹੁਣ ਕੀਤੀ ਗੱਲ ਵੈਕਸੀਨ ਦੀ। ਸੋ ਜਿਹੜੀ ਸੀਰਮ ਇੰਸਟੀਚਿਊਟ ਹੈ ਜਿਹਦੇ ਮਿਸਟਰ ਪੂਨਾਵਾਲਾ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੂਸਟਰ ਸ਼ਾਟ ਨੇ ਹੁਣ ਕਿਉਂਕਿ ਇੱਥੇ ਵੀ ਆਪਣੇ ਕੈਨੇਡਾ ਵਿੱਚ ਬੂਸਟਰ ਸ਼ਾਟ ਦੀ ਗੱਲ ਸ਼ੁਰੂ ਹੋ ਗਈ ਹੈ ਵੀ ਮੇਰੇ ਖਿਆਲ ਅਗਲੇ ਹਫ਼ਤੇ ਅਵੇਲੇਬਲ ਵੀ ਹੋ ਗਏ ਨੇ। ਹਾਂਜੀ, ਅਵੇਲੇਬਲ ਸ਼ੁਰੂ ਹੋ ਜਾਣੇ ਜਿਹੜੇ 50 ਜਾਂ 50 ਪਲੱਸ ਉਹਨਾਂ ਦੇ ਲੱਗਣੇ ਸ਼ੁਰੂ ਹੋ ਜਾਣੇ। ਸੋ ਪੂਨਾਵਾਲਾ ਨੇ ਕਿਹਾ ਵੀ ਹਰ ਸਾਲ 1 ਤੋਂ 2 ਬੂਸਟਰ ਸ਼ਾਟ ਤੁਹਾਨੂੰ ਲਾਉਣੇ ਜ਼ਰੂਰੀ ਹੋਣਗੇ ਤੇ ਅਗਲੇ 10 ਸਾਲ ਤੱਕ ਇਹ ਤੁਹਾਨੂੰ ਲੋੜ ਪੈ ਸਕਦੀ ਇਹਨਾਂ ਦੀ। ਸਿਮਰਨ ਜੀ ਦੇਖੋ, ਇਹ ਜਿਹੜੀਆਂ ਗੱਲਾਂ ਐਂਟੀਸਪੇਸ਼ਨਸ ਜਿਹੜੀਆਂ ਹੈ ਨੇ ਇਹਨਾਂ ਨੂੰ ਬੜਾ ਸੀਰੀਅਸਲੀ ਲੈਣਾ ਸਾਨੂੰ ਚਾਹੀਦਾ ਹੈਗਾ, ਚਾਹੇ ਉਹ ਆਪਾਂ ਉਹ ਗੱਲ ਕਹਿ ਰਹੇ ਨੇ ਅੱਜ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆਪਾਂ ਗੱਲ ਕਰ ਰਹੇ ਹਾਂ। ਇੱਥੇ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਜੋੜਨੀ ਚਾਹੁੰਦਾ। ਤੁਸੀਂ ਕਿਹਾ ਵੀ ਬੜਾ ਆਪਾਂ ਨੂੰ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਜਦੋਂ ਵੀ ਕੋਈ ਨਵਾਂ ਵੇਰੀਐਂਟ ਆਉਂਦਾ, ਜਦੋਂ ਵੀ ਆਪਾਂ ਬਾਹਰ ਕਿਸੇ ਨਾਲ ਗੱਲ ਕਰਦੇ ਹਾਂ ਜਿਹੜਾ, ਤੇ ਉਹ ਆਮ ਲੋਕ ਇਹ ਕਹਿੰਦੇ ਨੇ ਨਹੀਂ ਜੀ ਇਹ ਤਾਂ ਸਰਕਾਰਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਨੇ, ਸਰਕਾਰ ਲੋਕਾਂ ਨੂੰ ਡਰਾ ਰਹੀ ਹੈ ਜਿਹੜੀਆਂ ਦਵਾਈਆਂ ਵੇਚਣੀਆਂ ਨੇ। ਪਰ ਅਸਲ ਦੇ ਵਿੱਚ ਵਾਕਈ ਇਹ ਸੀਰੀਅਸ ਚੀਜ਼ ਹੈ? ਦੇਖੋ, ਸੀਰੀਅਸ ਦਾ ਮਤਲਬ ਇਹ ਨਹੀਂ ਹੈ ਕਿ ਸੀਰੀਅਸ ਉਹਨੂੰ ਆਪਾਂ ਜਿਵੇਂ ਡਰ 'ਚ ਆਪਾਂ ਰਹਿ ਰਹੇ ਹਾਂ ਡਰ ਕੇ ਇੱਦਾਂ ਗੱਲ ਕਰੀਏ। ਹੌਲੀ ਹੌਲੀ ਕੀ ਗੱਲ ਹੈ, ਇਹ ਇੱਕ ਨਾਰਮਲ ਇੱਕ ਫਲੂ ਵਾਂਗੂ ਹੈ, ਇਹ ਵੀ ਫਲੂ ਹੀ ਹੈ। ਮੈਂ ਸ਼ਾਇਦ ਲਾਸਟ ਟਾਈਮ ਹਮੇਸ਼ਾ ਇਹ ਗੱਲ ਕਰਦਾ ਆਇਆ ਕਿ ਇਹ ਨਾਰਮਲ ਫਲੂ ਹੈ, ਲੇਕਿਨ ਫਰਕ ਹੈ ਕਿ ਇਹਦੇ ਜਿਹੜੇ ਇਫੈਕਟਿਵਨੈਸ ਹੈ ਜਿਹੜੀ ਬਾਡੀ ਦੇ ਉੱਪਰ ਇਹ ਜਿਹੜਾ ਹਮਲਾ ਕਰਦਾ ਹੈਗਾ ਉਹ ਉਹਦੇ ਸੀਰੀਅਸਲੀ ਇਹ ਕਰਦਾ ਹੈ। ਜਾਂ ਨਾਰਮਲ ਫਲੂ ਹੈ ਤੁਹਾਡੇ ਲੰਗਸ ਵਿੱਚ ਜਾਂ ਤੁਹਾਨੂੰ 3 ਦਿਨ ਬਾਅਦ ਉਹ ਠੀਕ ਹੋ ਜਾਂਦਾ, ਬਾਡੀ ਉਹਨੂੰ ਸੈਲਫ ਡਿਫੈਂਸ ਪਾਵਰ ਜਿਹੜੀ ਹੈ ਉਹ ਪਾਵਰ ਨਾਲ ਉਹਨੂੰ ਖਤਮ ਕਰ ਦਿੰਦੀ ਹੈਗੀ ਹੈ। ਲੇਕਿਨ ਇਹ ਹੈ ਕਿ ਕਈ ਜਗ੍ਹਾ ਲੰਗਸ ਦੇ ਜਾ ਕੇ ਪੈਰੀਫੇਰੀਜ਼ ਦੇ ਉੱਪਰ ਕੰਮ ਕਰਦਾ। ਸੋ ਲੇਕਿਨ ਹੌਲੀ ਹੌਲੀ ਕੀ ਹੋਏਗਾ ਕਿ ਇਹਦੀ ਜਿਹੜੀ ਪੋਟੈਂਸੀ ਘਟਦੀ ਜਾਏਗੀ, ਅਸੀਂ ਇਹਦੇ ਨਾਲ ਜੀਣਾ ਸਿੱਖ ਜਾਵਾਂਗੇ। ਲੇਕਿਨ ਪ੍ਰੀਕਾਸ਼ਨਸ ਆਰ ਮੋਸਟ ਇੰਪੋਰਟੈਂਟ ਦੈਨ ਕਿਉਰ। ਬਿਲਕੁਲ, ਜੇ ਅਸੀਂ ਪ੍ਰੀਕਾਸ਼ਨ ਲੈਂਦੇ ਰਹਾਂਗੇ ਤਾਂ ਉਸ ਸਟੇਜ 'ਤੇ ਪਹੁੰਚਾਂਗੇ ਹੀ ਨਹੀਂ। ਔਰ ਦੂਸਰੀ ਗੱਲ, ਸਭ ਤੋਂ ਗੱਲ ਸਿਮਰਤ ਜੀ ਗੱਲ ਇਹ ਹੈ ਕਿ ਬੱਚਿਆਂ ਨੂੰ, ਬਜ਼ੁਰਗਾਂ ਨੂੰ ਔਰ ਜਿਹੜੇ ਉਹ ਜਿਨ੍ਹਾਂ ਨੂੰ ਕੋਈ ਪਹਿਲਾਂ ਕੰਡੀਸ਼ਨਸ ਹੈ ਨੇ, ਡਾਇਬਟਿਕ ਨੇ, ਹਾਈਪਰਟੈਂਸ਼ਨ ਹੈ, ਕੋਈ ਇੱਦਾਂ ਦੀ ਹਾਰਟ ਪ੍ਰੋਬਲਮ ਹੈ, ਹੋਰ ਇਹਦੀਆਂ ਚੀਜ਼ਾਂ ਹੈ ਨੇ, ਉਹਨਾਂ ਵਾਸਤੇ ਤਾਂ ਇਹ ਇਫੈਕਟਿਵ ਹੋਏਗਾ ਹੀ ਹੋਏਗਾ। ਸੋ ਆਪਾਂ ਇਹਨੂੰ ਅਣਦੇਖਾ ਨਹੀਂ ਕਰ ਸਕਦੇ, ਇਹਨੂੰ ਅਣਗਹਿਲਾ ਨਹੀਂ ਕਰ ਸਕਦੇ ਹੈਗੇ ਵੀ ਠੀਕ ਹੈ ਜੀ ਇਹ ਤਾਂ ਕੁਛ ਨਹੀਂ ਹੈ। ਕੁਛ ਨਹੀਂ ਹੋਣਾ, ਜੇ ਕੁਛ ਨਾ ਹੁੰਦਾ ਫਿਰ ਤਾਂ ਐਡਾ ਵੱਡੀ ਚੀਜ਼ ਇਹ ਹੋਣੀ ਨਹੀਂ ਸੀ। ਔਰ ਇੱਕ ਚੀਜ਼ ਮੈਂ ਹਮੇਸ਼ਾ ਤੁਹਾਨੂੰ ਸ਼ਾਇਦ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਹ ਹਜੇ ਇੱਕ ਸਟਾਰਟਿੰਗ ਪੁਆਇੰਟ ਹੈ। ਹੋ ਸਕਦਾ ਇੱਦੋਂ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਟਰੀਟ ਕਰ ਰਹੇ ਹਾਂ ਆਪਣੀ ਧਰਤੀ ਨੂੰ, ਆਪਣੇ এনवायरमेंट ਨੂੰ, ਆਪਣੇ ਐਟਮੋਸਫੀਅਰ ਨੂੰ, ਜਿਸ ਤਰ੍ਹਾਂ ਅਸੀਂ ਆਲੇ ਦੁਆਲੇ ਨੂੰ ਟਰੀਟ ਕਰ ਰਹੇ ਹਾਂ, ਹੋਰ ਡੈਡਲੀ ਵਾਇਰਸ ਆ ਸਕਦੇ ਹੈ ਨੇ। ਸੋ ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਠੀਕ ਹੈ ਉਹਨੇ ਆ ਗਿਆ ਖਤਮ ਹੋ ਜਾਏਗਾ, ਅੱਗੇ ਬਹੁਤ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਅੱਧੇ ਲੋਕ ਤਾਂ ਹੁਣ ਐਂਟੀ ਵੈਕਸਰਸ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਨਹੀਂ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ, ਐਂਟੀ ਵੈਕਸੀਨ ਵੀ ਨਹੀਂ ਲੈਣਾ ਹੈਗਾ। ਬਿਲਕੁਲ, ਹਾਂ। ਜਦੋਂ ਹੁਣ ਦੁਬਾਰਾ ਹੁਣ ਦੇਖੋ ਕਈ ਵਾਰੀ ਹੁਣ ਜਿਹੜੇ ਰਿਸਟ੍ਰਿਕਸ਼ਨਸ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਵੀ ਗੱਲ ਹੋ ਰਹੀ ਹੈ ਕਈ ਜਗ੍ਹਾ 'ਤੇ ਵੀ ਜੇ ਲੋਕਡਾਊਨ ਵੀ ਹੋ ਸਕਦਾ ਜੇ ਲਗਾਤਾਰ ਕੇਸ ਵੱਧਦੇ ਰਹੇ। ਕਿਉਂਕਿ ਹੁਣ ਜੇ ਆਪਾਂ ਦੇਖੀਏ ਆਪਾਂ ਜੇ ਕੈਨੇਡਾ ਦੀ ਗੱਲ ਕਰੀਏ, ਸੋ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਓਮੀਕਰੋਨ ਦੇ ਕੇਸਿਸ ਸਾਹਮਣੇ ਆ ਰਹੇ ਨੇ, ਸੋ ਸਰਕਾਰਾਂ ਵੱਲੋਂ ਵੀ ਇਹ ਇੰਡੀਕੇਸ਼ਨ ਦਿੱਤੀ ਜਾ ਰਹੀ ਹੈ ਵੀ ਜੇ ਇਹਨਾਂ ਕੇਸਾਂ ਦੇ ਵਿੱਚ ਵਾਧਾ ਹੁੰਦਾ ਜਾਂ ਸਾਨੂੰ ਲੱਗਦਾ ਵੀ ਇਹ ਜਿਹੜੀ ਸੀਰੀਅਸਨੈਸ ਵੱਧ ਰਹੀ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਲੋਕਡਾਊਨ ਵੀ ਜਾਂ ਰਿਸਟ੍ਰਿਕਸ਼ਨਸ ਵੱਧ ਸਕਦੀਆਂ ਨੇ। ਪਰ ਦੂਜੇ ਪਾਸੇ ਜਿਹੜੇ ਐਂਟੀ ਵੈਕਸ ਲੋਕ ਨੇ ਉਹ ਇਸ ਨੂੰ ਬੜਾ ਲਾਈਟਲੀ ਲੈ ਰਹੇ ਨੇ। ਉਹ ਕਹਿੰਦੇ ਨਹੀਂ ਜੀ ਇਹ ਤਾਂ ਸਾਡੇ 'ਤੇ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ ਅਤੇ ਇਸ ਨੂੰ ਬੜਾ ਗਲਤ ਤਰੀਕੇ ਦੇ ਨਾਲ ਪ੍ਰਚਾਰ ਰਹੇ ਨੇ। ਉਹ ਸਿਮਰਤ ਦੀ ਗੱਲ ਇਹ ਹੈ ਕਿ ਹਰ ਬੰਦੇ ਦੀ ਬਲੀਫ ਹੁੰਦੀ ਹੈਗੀ। ਸੋ ਉਹ ਜਿਹੜੀ ਬਲੀਫ ਹੈ ਉਹ ਉਹਨੂੰ ਕਿੰਨੀ ਸਟਰੋਂਗ ਹੈ ਔਰ ਕਿੰਨੀ ਨਹੀਂ, ਔਰ ਕਿਸ ਚੀਜ਼ ਵਿੱਚੋਂ ਮੰਨਦੇ ਨੇ, ਕਿਸ ਚੀਜ਼ ਨਹੀਂ ਮੰਨਦੇ ਹੈ। ਸੋ ਬਲੀਫ ਨੂੰ ਚੇਂਜ ਕਰਨ ਲਈ ਨਾ ਗ੍ਰੈਜੂਅਲੀ ਚੇਂਜ ਕਰ ਸਕਦੇ ਹਾਂ ਆਪਾਂ, ਉਹਨੂੰ ਇਮੀਡੀਏਟਲੀ ਇੱਕ ਟਾਈਮ ਦੇ ਵਿੱਚ ਇੱਕਦਮ ਨਹੀਂ ਬਦਲ ਸਕਦੇ ਹੈਗੇ ਕਿਸੇ ਦੀ ਸੋਚ ਹੈ ਜਿਹੜੀ।
ਉਹ ਜਿਹੜੇ ਐਂਟੀ ਵੈਕਸਰਸ ਨੇ ਉਹਨਾਂ ਨੂੰ ਜਦ ਆਪਾਂ ਐਡੂਕੇਟ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਵੀ ਠੀਕ ਹੈ ਤੁਹਾਡੀ ਬਿਲੀਫ ਜਿਹੜੀ ਹੈ ਇਹ ਸਰਕਾਰ ਤੁਹਾਡਾ ਥੋਪ ਰਹੀ ਹੈ, ਪਰ ਇੱਕ ਸ਼ਾਟ ਲਵਾਉਣ ਨਾਲ ਤੁਹਾਨੂੰ ਕੀ ਫਰਕ ਪੈ ਰਿਹਾ ਹੈ, ਜੇ ਉਹ ਕੀ ਫਰਕ ਪੈ ਰਿਹਾ, ਕੀ ਉਹਨੂੰ ਲਵਾ ਕੇ ਤੁਹਾਨੂੰ ਜ਼ਿਆਦਾ ਫਾਇਦਾ ਹੈ ਜਾਂ ਨਾ ਲਵਾ ਕੇ ਜ਼ਿਆਦਾ ਫਾਇਦਾ ਹੈ। ਜੇ ਨਾ ਲਵਾ ਕੇ ਤੁਸੀਂ ਉਸ ਚੀਜ਼ ਦੇ ਪ੍ਰਾਊਡ ਹੋ। ਬਿਲਕੁਲ। ਔਰ ਇਹ ਇਕੱਲੀ ਇਸ ਚੀਜ਼ ਦੇ ਨਹੀਂ ਕਿ ਹਰ ਸਾਲ ਆਪਾਂ ਫਲੂ ਸ਼ਾਟ ਵੀ ਤਾਂ ਲਵਾਉਣਾ ਹੀ ਹੈ, ਉਹਦੇ ਨਾਲ ਕੀ ਫਰਕ ਪੈ ਜਾਂਦਾ ਹੈ। ਸੋ ਉਹ ਵੀ ਸਰਕਾਰ ਸਾਨੂੰ ਹਰ ਸਾਲ ਕਹਿੰਦੀ ਹੈ ਤੁਹਾਡੀ ਮਰਜ਼ੀ ਹੈ, ਤੁਸੀਂ ਲਵਾਉਣਾ ਨਹੀਂ ਲਵਾਉਣਾ, ਤੁਹਾਡੀ ਮਰਜ਼ੀ ਹੁੰਦੀ ਹੈ। ਨਾਲੇ ਉਹ ਹਰ ਸਾਲ ਸ਼ਾਟ ਲੱਗਦੇ ਨੇ, ਕਦੀ ਉਹਨਾਂ ਦੇ ਬਾਰੇ ਕੋਈ ਇਸ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਦੇਖਿਆ ਵੀ ਨਹੀਂ ਅਸੀਂ ਜਿਹੜੇ ਫਲੂ ਸ਼ਾਟ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਨਾ। ਕਿਉਂਕਿ ਸ਼ਾਇਦ ਆਪਾਂ ਲਾਸਟ ਟਾਈਮ ਇਹ ਗੱਲ ਕਰ ਰਹੇ ਸੀ ਕਿ ਜਿਹੜੀ ਨੈਗੇਟਿਵਿਟੀ ਹੈ ਨਾ, ਜਿਹੜੀ ਨੈਗੇਟਿਵ ਨਿਊਜ਼ ਹੈ, ਕੋਈ ਵੀ ਚੀਜ਼ ਹੈ, ਬਹੁਤ ਜਲਦੀ ਫੈਲਦੀ ਹੈ। ਹਾਂਜੀ। ਸੋ ਇਹ ਜਿਹੜਾ ਨੈਗੇਟਿਵ ਪ੍ਰਚਾਰ ਹੁੰਦਾ ਇਹ ਬਹੁਤ ਜਲਦੀ ਫੈਲਦਾ, ਔਰ ਲੋਕਾਂ ਨੂੰ ਉਹ ਬਲੀਵ ਕਰਨਾ ਬੜਾ ਆਸਾਨ ਹੈ ਨੈਗੇਟਿਵ ਚੀਜ਼ ਨੂੰ। ਜਦ ਕਿ ਜੇ ਉਹਨਾਂ ਨੂੰ ਸਹੀ ਚੀਜ਼ ਦੱਸਾਂਗੇ ਤਾਂ ਉਹਨੂੰ ਉਹ ਸਮਝਣਾ, ਉਹਨੂੰ ਡਾਈਜੈਸਟ ਕਰਨਾ, ਉਹਨੂੰ ਆਪਣੇ ਆਪ ਨੂੰ ਧਾਰਨਾ ਕਿ ਠੀਕ ਹੈ ਜੀ ਇਹ ਸਹੀ ਹੈ ਔਰ ਇਹਦੀ ਔਥੈਂਟਿਸਿਟੀ ਕੀ ਹੈ। ਸੋ ਉਹਦੀ ਔਥੈਂਟਿਸਿਟੀ ਨੂੰ ਪਰਖਦੇ ਨੇ ਲੋਕੀ। ਔਰ ਮੋਸਟਲੀ ਜਿਹੜੀ ਚੀਜ਼ਾਂ ਖਾਸ ਕਰ WhatsApp ਜਾਂ ਕਿਸੇ ਸੋਸ਼ਲ ਮੀਡੀਆ ਹੁੰਦੀਆਂ ਨੇ, ਤੁਸੀਂ ਉਹਨੂੰ ਦੱਸ ਨਹੀਂ ਸਕਦੇ ਕਿ ਉਹ ਗਲਤ ਹੈ ਔਰ ਸਹੀ ਹੈ, ਉਹ ਸਾਰੀ ਚੀਜ਼ਾਂ ਸਹੀ ਲੱਗਦੀਆਂ ਨੇ। ਬਿਲਕੁਲ। ਅੱਛਾ, ਆਪਣਾ ਬ੍ਰੇਕ ਦਾ ਸਮਾਂ ਵੀ ਤਕਰੀਬਨ ਹੁੰਦਾ ਜਾ ਰਿਹਾ, ਆਪਾਂ ਇਹਦੇ ਬਾਰੇ ਗੱਲ ਕਰੀਏ ਕੋਵਿਡ ਬਾਰੇ। ਤੁਹਾਨੂੰ ਕੀ ਲੱਗਦਾ ਵੀ 2022 ਵੀ ਆਪਾਂ ਦਾ ਇਸੇ ਤਰ੍ਹਾਂ ਲੰਘੇਗਾ ਜਾਂ ਇਹਦੇ ਵਿੱਚ ਕੋਈ ਸੁਧਾਰ ਹੋਣ ਦੀ ਵੀ? ਨਹੀਂ ਜੀ, ਨਿਊ ਨਾਰਮਲ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਨਿਊ ਨਾਰਮਲ ਵਿੱਚ ਆ ਜਾਵਾਂਗੇ, ਸਾਨੂੰ ਪ੍ਰੀਕਾਸ਼ਨਸ ਲੈਣੀਆਂ ਜ਼ਰੂਰ ਚਾਹੀਦੀਆਂ ਨੇ ਔਰ ਜ਼ਰੂਰ ਪਏਗੀ ਉਸ ਚੀਜ਼ ਦੀ। ਸਾਨੂੰ ਵੈਕਸੀਨੇਟਡ ਬੂਸਟਰ ਲਵਾਉਣ ਦੀ ਵੀ ਲੋੜ ਪਏਗੀ ਔਰ ਸਾਨੂੰ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ, ਹੋਰ ਜਿਹੜਾ ਸਾਡਾ ਨਿਊ ਨਾਰਮਲ ਇੱਕ ਸੋਸ਼ਲ ਲਾਈਫ ਦੇ ਵਿੱਚ ਹੈ ਕਿ ਅਸੀਂ ਡਿਟੈਚ ਹੋ ਗਏ ਹਾਂ, ਹੋਰ ਬਹੁਤ ਸਾਰੀ ਚੀਜ਼ਾਂ ਹੋਣਗੀਆਂ, ਉਹ ਇੱਕ ਨਿਊ ਨਾਰਮਲ ਹੋ ਜਾਏਗਾ ਉਸ ਚੀਜ਼ ਦਾ। ਲੋਕ ਘਰੋਂ ਕੰਮ ਕਰਨਾ ਸ਼ੁਰੂ ਕਰ ਰਹੇ ਨੇ ਆਲਰੇਡੀ, ਇਹ ਵੀ ਨਿਊ ਨਾਰਮਲ ਹੋ ਜਾਏਗਾ। ਹਾਂਜੀ, ਠੀਕ ਹੈ ਨਾ। ਸੋ ਜਿਹੜੇ ਬਹੁਤ ਪਹਿਲਾਂ ਇਕੱਠ ਹੋਇਆ ਕਰਦੇ ਸੀ ਵਿਆਹਾਂ ਸ਼ਾਦੀਆਂ ਤੇ ਹੋਰ ਸਭ ਜਗ੍ਹਾ, ਉਹ ਹੁਣ ਬਹੁਤ ਜ਼ਿਆਦਾ ਉਹ ਚੇਂਜਸ ਆਉਣ ਵਾਲੀਆਂ ਉਸ ਚੀਜ਼, ਫਰਕ ਪਵੇਗਾ ਉਹਨਾਂ ਚੀਜ਼ਾਂ 'ਚ। ਇਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਹੈ ਇਹ 222 ਵੀ ਆਪਾਂ ਕਹਿ ਲਈਏ 2022 ਜਿਹੜਾ ਹੈ ਉੱਦਾਂ ਹੀ ਨਿਕਲੇਗਾ, ਲੇਕਿਨ ਜਿਹਨੂੰ ਆਪਾਂ ਕਹੀਏ ਵੀ ਹੈਂਗਓਵਰ ਦੇ ਵਿੱਚ ਨਿਕਲੇਗਾ ਉਸ ਚੀਜ਼ ਦੇ, ਉਹਦਾ ਅਸਰ ਘੱਟ ਜਾਏਗਾ, ਲੇਕਿਨ ਵੀ ਸਟਿਲ ਫੀਲ ਦ ਪੇਨ ਕਿ ਜਿਹੜੀ ਚੀਜ਼ 2 ਸਾਲ ਵਿੱਚ ਅਸੀਂ ਸਹੀ ਹੈ ਉਹ ਚੀਜ਼। ਬਿਲਕੁਲ। ਅੱਛਾ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਚਰਚਾ ਨੂੰ ਜਾਰੀ ਰੱਖਾਂਗੇ। ਤੇ ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਪੰਜਾਬ ਸਟਾਰ TV ਤੇ ਸਟਾਰ ਟਾਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ, ਮੈਂ ਸਿਮਰਤ ਗਰੇਵਾਲ। ਮੇਰੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਹਰਕੀਰਤ ਜੀ, ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ, ਜਿਹੜੇ ਆਪਣੇ ਆਲੇ ਦੁਆਲੇ ਜਿਹੜੇ ਵਿਸ਼ੇ ਚਰਚਾ ਦੇ ਵਿੱਚ ਰਹਿੰਦੇ ਨੇ, ਖਬਰਾਂ ਚਰਚਾ ਦੇ ਵਿੱਚ ਰਹਿੰਦੀਆਂ ਨੇ। ਸੋ ਇਸੇ ਤਰ੍ਹਾਂ ਹੀ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਲਗਾਤਾਰ ਜਿਹੜਾ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਜੇ ਆਪਾਂ ਗੱਲ ਕਰੀਏ ਚਾਈਨਾ ਦੀ, ਰਸ਼ੀਆ ਦੀ, ਭਾਰਤ ਦੀ, ਅਮਰੀਕਾ ਦੀ, ਕੈਨੇਡਾ ਦੀ, ਯੂਰਪ ਦੀ, ਸੋ ਇਹਨਾਂ ਸਾਰਿਆਂ ਦੇ ਵਿੱਚ ਸੈਂਟਰ ਬਿੰਦੂ ਦੇ ਵਿੱਚ ਹੈਗਾ ਜਿਹੜਾ ਚਾਈਨਾ। ਸੋ ਚਾਈਨਾ ਦੇ ਨਾਲ ਤਕਰੀਬਨ ਜੇ ਆਪਾਂ ਦੇਖੀਏ ਤਾਂ ਭਾਰਤ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਟਸਲ ਚੱਲ ਰਹੀ ਹੈ। ਇਸੇ ਤਰ੍ਹਾਂ ਹੀ ਰਸ਼ੀਆ ਦੀ ਆਪਣੇ ਆਲੇ ਦੁਆਲੇ ਜਿਹੜੇ ਦੇਸ਼ ਨੇ, ਖਾਸ ਕਰਕੇ ਯੂਕਰੇਨ ਦੇ ਨਾਲ ਟਸਲ ਚੱਲ ਰਹੀ ਹੈ। ਅਮਰੀਕਾ ਦੀ ਅਤੇ ਚਾਈਨਾ ਦੀ ਟਸਲ ਚੱਲ ਰਹੀ ਹੈ। ਇਸੇ ਤਰ੍ਹਾਂ ਚਾਈਨਾ ਦੀ ਤਾਂ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਨਾਲ ਵੀ ਜਿਹੜੀ ਇਹਨਾਂ ਦੀ ਟਸਲ ਚੱਲ ਰਹੀ ਹੈ। ਸੋ ਕਾਫੀ ਜਿਹੜਾ ਤਣਾਅ ਇਹਨਾਂ ਦੇਸ਼ਾਂ ਦੇ ਵਿੱਚ ਬਣਿਆ ਹੋਇਆ ਹੈ। ਅਤੇ ਖਾਸ ਕਰਕੇ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ, ਜਿਵੇਂ ਕਿ ਚਾਈਨਾ ਤਾਇਵਾਨ 'ਤੇ ਹਮਲਾ ਕਰਨ ਬਾਰੇ ਸੋਚ ਰਿਹਾ, ਜਿਹੜਾ ਚਾਈਨਾ ਕਹਿ ਰਿਹਾ ਕਿ ਤਾਇਵਾਨ ਮੇਰਾ ਹਿੱਸਾ ਹੈ। ਇਸੇ ਤਰ੍ਹਾਂ ਹੀ ਰਸ਼ੀਆ ਯੂਕਰੇਨ 'ਤੇ ਹਮਲਾ ਕਰਨ ਦੀ ਸੋਚ ਰਿਹਾ, ਉਹ ਕਹਿ ਰਿਹਾ ਯੂਕਰੇਨ ਨੂੰ ਮੈਂ ਆਪਣੇ ਵਿੱਚ ਰਲਾ ਲਵਾਂ। ਅਤੇ ਦੂਸਰੇ ਪਾਸੇ ਜਿਹੜਾ ਅਮਰੀਕਾ ਹੈ, ਉਹ ਹਮੇਸ਼ਾ ਜਿਵੇਂ ਕਿ ਵਿੱਚ ਜਾ ਕੇ ਇੱਕ ਤਰ੍ਹਾਂ ਦੀ ਪ੍ਰਧਾਨਗੀ ਦਿਖਾਉਂਦਾ। ਸੋ ਅਮਰੀਕਾ ਨੇ ਤਾਇਵਾਨ ਦੇ ਸੰਬੰਧ ਵਿੱਚ ਚਾਈਨਾ ਨੂੰ ਵੀ ਤਾੜਨਾ ਕੀਤੀ। ਇਸੇ ਤਰ੍ਹਾਂ ਹੀ ਜਿਹੜਾ ਅਮਰੀਕਾ ਰਸ਼ੀਆ ਦੇ ਨਾਲ ਵੀ ਗੱਲਬਾਤ ਕਰ ਰਿਹਾ। ਸੋ ਇਹਦੇ 'ਤੇ ਵੀ ਚਰਚਾ ਕਰਾਂਗੇ ਕੀ ਇਹ ਸਾਰਾ ਕੁਝ ਸਿਨੈਰੀਓ ਹੈ, ਕੀ ਇਹ ਘਟਨਾਕ੍ਰਮ ਹੈ। ਅੱਛਾ ਹਰਕੀਰਤ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜਾ ਇਹ ਕਾਫੀ ਜਿਹੜਾ ਜਿਵੇਂ ਮੈਂ ਸਾਰੇ ਦੇਸ਼ਾਂ ਦੇ ਨਾਂ ਲਏ ਨੇ, ਆਪਸ ਦੇ ਵਿੱਚ ਇਹਨਾਂ ਦੇ ਕਾਫੀ ਜਿਹੜਾ ਤਣਾਅ ਚੱਲ ਰਿਹਾ, ਕਿਸ ਤਰ੍ਹਾਂ ਦੇਖਦੇ ਹੋ ਦੁਨੀਆ ਦੇ ਵਿੱਚ ਕੀ ਇਹਦਾ ਫਰਕ ਪਵੇਗਾ? ਸਿਮਰਤ ਜੀ, ਮੈਂ ਪਿਛਲੀ ਗੱਲ ਤੋਂ ਸ਼ੁਰੂ ਕਰਨਾ ਚਾਹਾਂਗਾ। ਆਪਾਂ ਗੱਲ ਕਰ ਰਹੇ ਸੀ ਕਿ ਕਰੋਨਾ ਵਾਇਰਸ ਜਿਹੜਾ ਹੈ ਪੋਸਟ ਪੈਂਡੈਮਿਕ ਗੱਲ ਕਰ ਰਹੇ ਸੀ। ਬਿਲਕੁਲ, ਇਹ ਦੇਖਿਆ ਜਾਵੇ ਸ਼ੁਰੂ ਉੱਥੋਂ ਹੀ ਹੋਇਆ ਸੀ। ਚਾਈਨਾ ਨੂੰ ਵੂਹਾਨ ਵਾਇਰਸ ਜਿਹੜਾ ਬਹੁਤ ਜਦ ਮੈਂ ਕੱਲ੍ਹ ਕਿਸੇ ਪ੍ਰੋਗਰਾਮ ਦੇਖ ਰਿਹਾ ਸੀ 2-4 ਇਸ ਚੀਜ਼ ਦੇ ਉੱਪਰ, ਤਾਂ ਹਜੇ ਵੀ ਇੰਡੀਆ ਦੇ ਜਿੰਨੇ ਐਂਕਰਸ ਨੇ ਉਹਨਾਂ ਨੂੰ ਇੱਦਾਂ ਨਹੀਂ ਕਹਿੰਦੇ ਕਿ ਜੀ ਉਹ ਕਰੋਨਾ ਵਾਇਰਸ ਹੈ, ਉਹ ਕਹਿੰਦੇ ਨੇ ਜੀ ਵੂਹਾਨ ਵਾਇਰਸ। ਵੂਹਾਨ ਵਾਇਰਸ ਅੱਜ ਵੀ। ਸੋ ਕਿਤੇ ਨਾ ਕਿਤੇ ਸਭ ਬੈਕ ਆਫ ਆਵਰ ਹੈਡਸ ਜਾਂ ਬੈਕ ਆਫ ਆਵਰ ਪੋਲੀਟੀਕਲ ਮਾਈਂਡ ਦੇ ਵਿੱਚ ਜਿਹਨਾਂ ਵੀ ਗੱਲ ਹੋ ਰਹੀ ਹੈ, ਉਹ ਇਹ ਸੋਚਦੇ ਨੇ ਵੀ ਕਿਤੇ ਨਾ ਕਿਤੇ ਅਸੀਂ ਚਾਈਨਾ ਨੂੰ ਇਸ ਚੀਜ਼ ਦਾ
ਰਿਸਪੌਂਸਿਬਲ ਠਹਿਰਾਈ ਬਣਾ ਰਹੀ ਹੈ, ਹਾਂ ਬਣਾ ਰਹੇ ਨੇ। ਜਦ ਡੋਨਾਲਡ ਟਰੰਪ ਸਾਹਿਬ ਸੀ, ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਬਿਲੀਅਨਸ ਆਫ ਡਾਲਰਸ ਦਾ ਚਾਈਨਾ ਦੇ ਉੱਪਰ ਮਾਨਹਾਨੀ ਦਾ ਨਾਟ ਮਾਨਹਾਨੀ ਉਹਨਾਂ ਤੇ ਦਾਅਵਾ ਕਰਾਂਗੇ। ਉਹ ਤਾਂ ਕਹਿੰਦੇ ਹੁੰਦੇ ਸੀ ਚਾਈਨਾ ਵਾਇਰਸ। ਹਾਂਜੀ, ਚਾਈਨਾ ਵਾਇਰਸ। ਸੋ ਅੱਜ ਵੀ ਬਹੁਤ ਸਾਰੇ ਜਿਹੜੇ ਕੰਟਰੀ ਹੈ ਨੇ ਉਹ ਇਸ ਚੀਜ਼ ਨੂੰ ਬੜਾ ਮਤਲਬ ਕਿ ਆਪਾਂ ਉਹ ਬਿਲੀਵ ਕਰਦੇ ਨੇ ਕਿ ਇਹ ਜਿਹੜਾ ਹੈ ਇਹ ਸਾਰਾ ਚਾਈਨਾ ਦਾ ਕੀਤਾ ਕਰਾਇਆ ਹੈਗਾ। ਸੋ ਉਹਦੇ ਨਾਲ ਕੀ ਹੋਇਆ, ਉਹਨੂੰ ਚਾਈਨਾ ਨੂੰ ਕੀ ਇਫੈਕਟ ਪਿਆ ਹੈ, ਧਿਆਨ ਨਾਲ ਜੇ ਆਪਾਂ ਦੇਖੇ ਜਾਈਏ ਤਾਂ ਜਿੰਨੀ ਵੀ ਜਿਹੜੀ ਪ੍ਰੋਡਕਸ਼ਨ ਸੀ ਪਹਿਲਾਂ, ਇੰਨੀ ਸਪੀਡ ਨਾਲ ਪ੍ਰੋਡਕਸ਼ਨ ਜਿਹੜੀ ਹੈ ਸੀ, ਉਹ ਬਹੁਤ ਸਾਰੇ ਜਿਹੜੀ ਬਾਕੀ ਜਿਹੜੇ ਕੰਟਰੀ ਡਿਵੈਲਪ ਕੰਟਰੀਜ਼ ਹੈ ਨੇ ਜਾਂ ਜਿਹੜੇ ਥਰਡ ਵਰਲਡ ਕੰਟਰੀਜ਼ ਹੈ ਨੇ ਉਹ ਵੀ ਚਾਈਨਾ ਤੋਂ ਕਰਵਾ ਰਹੇ ਸੀ। ਚਾਈਨਾ ਇੱਕ ਪ੍ਰੋਡਕਸ਼ਨ ਹਾਊਸ ਬਣ ਗਿਆ ਸੀ ਸਾਰੀ ਦੁਨੀਆ ਦਾ। ਬਿਲਕੁਲ। ਸੋ ਜਦ ਹੀ ਇਹ ਵਾਇਰਸ ਆਇਆ, ਵੂਹਾਨ ਵਾਇਰਸ ਜਿਹਨੂੰ ਲੋਕ ਕਹਿ ਰਹੇ ਨੇ, ਉਦੋਂ ਬਾਅਦ ਬਹੁਤ ਜ਼ਿਆਦਾ ਚਾਈਨਾ ਦਾ ਜਿਹੜੀ ਹੈ ਪ੍ਰੋਡਕਸ਼ਨ ਜਿਹੜੀ ਹੈ ਉਹ ਬਹੁਤ ਘਟੀ ਹੈ। ਜਿਹੜਾ ਇੰਪੋਰਟ ਹੈ ਖਾਸ ਕਰ ਐਕਸਪੋਰਟ ਹੈ ਉਹ ਵੀ ਬਹੁਤ ਜ਼ਿਆਦਾ ਘਟਿਆ ਹੈ। ਸੋ ਨੈਚੁਰਲ ਗੱਲ ਹੈ ਉਸ ਚੀਜ਼ ਦਾ ਚਾਈਨਾ ਨੂੰ ਕਿਤੇ ਨਾ ਕਿਤੇ ਤਾਂ ਖਮਿਆਜਾ ਉਹਨੂੰ ਭੁਗਤਣਾ ਪੈ ਰਿਹਾ ਹੈਗਾ। ਉਹਨੂੰ ਕਿਤੇ ਨਾ ਕਿਤੇ ਉਹਦੇ ਜਿਹੜੇ ਇੰਟਰਨਲ ਜਿਹੜੇ ਅਫੇਅਰਸ ਹੈ ਸੀ ਉੱਥੇ ਜਿਹੜੇ ਇੱਕ ਪਰਟੀਕੂਲਰ ਜਿਹੜੇ ਕੁਝ ਲੋਕ ਸੀ ਉਹਨਾਂ ਦੇ ਖਿਲਾਫ ਵੀ ਹੋਏ, ਔਰ ਜਿਹੜੇ ਉਹਦੇ ਨੇਬਰਰ ਸੀ, ਯੂਕਰੇਨ ਸੀ, ਰਸ਼ੀਆ, ਔਰ ਫਿਰ ਇਧਰੋਂ ਇੰਡੀਆ ਔਰ ਪਾਕਿਸਤਾਨ, ਔਰ ਜਿੰਨੇ ਵੀ ਉਹਦੇ ਆਲੇ ਦੁਆਲੇ ਹੋਰ ਜਿਹੜੇ ਛੋਟੇ, ਜਿਵੇਂ USSR ਟੁੱਟਿਆ ਸੀ ਉਦੋਂ ਜਿਹੜੇ ਛੋਟੇ ਕੰਟਰੀ ਸੀ ਉਹ ਵੀ ਉਹਨਾਂ ਨੂੰ ਬੜੇ ਅਜੀਬ ਨਜ਼ਰ ਨਾਲ ਦੇਖਦੇ ਸੀ। ਤਾਂ ਉਹਨਾਂ ਨੇ ਰਿਟੈਲੀਏਟ ਕਰਨਾ ਹੀ ਸੀ। ਤਾਂ ਜਦ ਵੀ ਦੇਖੋ, ਜਦ ਤੁਸੀਂ ਕਿਸੇ ਵੀ ਕੰਟਰੀ ਨੂੰ, ਕਿਸੇ ਵੀ ਬੰਦੇ ਨੂੰ ਕਿਸੇ ਪੁਸ਼ ਟੂ ਦਾ ਵਾਲ ਕਰੋਗੇ ਤਾਂ ਉਹ ਤੁਹਾਨੂੰ ਦੁਬਾਰਾ ਅਟੈਕ ਤੁਹਾਡੇ ਤੇ ਕਰੇਗਾ ਹੀ ਕਰੇਗਾ। ਸੋ ਚਾਈਨਾ ਦੀ ਉਹ ਸਿਚੁਏਸ਼ਨ ਆ ਗਈ ਸੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਨਹੀਂ ਅਸੀਂ ਤਾਈਵਾਨ ਦੇ ਨਾਲ ਖੜੇ ਹਾਂ, ਜਦ ਚਾਈਨਾ ਨੇ ਤਾਈਵਾਨ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਇਸ ਤਰ੍ਹਾਂ ਹੀ ਜਦ ਚਾਈਨਾ ਨੇ ਯੂਕਰੇਨ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਧਰੋਂ ਬਾਈਡਨ ਸਾਹਿਬ ਨੇ ਕਿਹਾ ਵੀ ਨਹੀਂ ਜੀ ਤੁਸੀਂ ਮਤਲਬ ਕਿ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ। ਹਾਂਜੀ, ਠੀਕ ਹੈ ਨਾ। ਅਫਗਾਨਿਸਤਾਨ ਔਰ ਚਾਈਨਾ ਨੇ ਫਿਰ ਕੀ ਕੀਤਾ ਕਿ ਜਦ ਅਫਗਾਨਿਸਤਾਨ 'ਚ ਤਾਲਿਬਾਨ ਦੀ ਸਰਕਾਰ ਬਣੀ ਤਾਂ ਚਾਈਨਾ ਨੇ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ, ਜਿਹਨੂੰ ਕਿ ਕਿਸੇ ਨੇ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਿਕੋਜ਼ ਚਾਈਨਾ ਇਟਸੈਲਫ ਪਹਿਲਾਂ ਸੋਚਦਾ ਸੀ ਕਿ ਮੈਂ ਸੁਪਰ ਪਾਵਰ ਜਿਸਮ ਹੈ ਔਰ ਮੈਂ ਬਣਾਂਗਾ ਔਰ ਮੈਂ ਸਭ ਨੂੰ ਅੱਖਾਂ ਦਿਖਾ ਸਕਦਾ, ਸਭ ਕਿੰਨੀ ਪਾਵਰ ਮੇਰੇ ਕੋਲ ਹੈ, ਚਾਹੇ ਉਹ ਮਿਲਟਰੀ ਪਾਵਰ ਹੈ, ਚਾਹੇ ਉਹ ਇਕਨੋਮਿਕ ਪਾਵਰ ਹੈ। ਲੇਕਿਨ ਅੱਜ ਦੀ ਡੇਟ ਵਿੱਚ ਸਿਮਰਤ ਜੀ ਜਿਹੜੀ ਮਿਲਟਰੀ ਪਾਵਰ ਹੈ ਨਾ ਉਹ ਇੱਕ ਸਾਈਡ ਤੇ ਹੁੰਦੀ ਜਾ ਰਹੀ ਹੈ। ਜਿਹੜੀ ਇਕਨੋਮਿਕ ਪਾਵਰ ਹੈ, ਜਿਹੜੀਆਂ ਇਕਨੋਮਿਕ ਪਾਲਿਸੀਜ਼ ਨੇ, ਜਾਂ ਜਿਹੜੀ ਤੁਹਾਡਾ ਪ੍ਰੋਡਕਸ਼ਨ ਹਾਊਸਿਸ ਨੇ, ਜਾਂ ਜਿਹੜੀ ਤੁਹਾਡੇ ਇਕਨੋਮਿਕ ਪਾਲਿਸੀਜ਼ ਨੇ, ਉਹ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਕਿ ਤੁਹਾਡਾ ਆਉਣ ਵਾਲਾ ਜਿਹੜਾ ਫਿਊਚਰ ਹੋਏਗਾ, ਆਉਣ ਵਾਲੇ ਤੁਹਾਡੇ ਕੰਟਰੀ ਦੀ ਜਿਹੜੀ ਗਰੋਥ ਹੋਏਗੀ ਉਹ ਕਿੱਥੇ ਸਟੈਂਡ ਕਰਦੀ ਹੈਗੀ ਹੈ। ਠੀਕ ਹੈ। ਸੋ ਇਸ ਕਰਕੇ ਹੀ, ਲੇਕਿਨ ਦੇਖੋ ਜਦ ਵੀ ਆਪਾਂ ਕੋਈ ਕਿਸੇ ਚੀਜ਼ ਵੱਲ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਨਾ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਕਿ ਅਸੀਂ ਜਿਹੜੇ ਸਾਡੇ ਦੁਸ਼ਮਣ ਨੇ ਜਾਂ ਜਿਹੜੇ ਸਾਡੇ ਲੋਕ ਸਾਡੇ ਅਗੇਂਸਟ ਨੇ ਉਹਨਾਂ ਆਪਾਂ ਧਿਆਨ ਭਟਕਾਈਏ। ਉਹ ਚਾਈਨਾ ਦੀ ਵੀ ਸਟ੍ਰੈਟਜੀ ਉਹੀ ਹੈ। ਉਹ ਕਿਤੇ ਜਾ ਕੇ ਕਦੇ ਤਾਇਵਾਨ ਨਾਲ ਪੰਗੇ ਲੈਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਉਹ ਯੂਕਰੇਨ ਦੇ ਨਾਲ, ਜਾਂ ਉਹ ਤਾਲਿਬਾਨ ਨਾਲ, ਸਿਰਫ ਇਸ ਕਰਕੇ ਕਿ ਉਹ ਆਪਣੀ ਪ੍ਰੈਜ਼ੈਂਸ ਨੂੰ ਫੀਲ ਕਰਨਾ ਚਾਹੁੰਦਾ ਹੈਗਾ, ਔਰ ਜਿਹੜੀਆਂ ਬੇਸਿਕ ਮੁੱਦੇ ਹੈ ਨੇ ਉਹਨਾਂ ਤੋਂ ਉਹ ਦੂਰ ਜਾਣਾ ਚਾਹੁੰਦਾ ਹੈ। ਜਿੱਦਾਂ ਹੁਣ ਹਰਕੀਰਤ ਜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਮਿਲਟਰੀ ਪਾਵਰ ਹੈ ਉਹ ਲਗਾਤਾਰ ਇੱਕ ਸਾਈਡ ਤੇ ਹੋ ਰਹੀ ਹੈ, ਤੇ ਜਿਹੜੀ ਇਕਨੋਮਿਕ ਜਿਹੜੀਆਂ ਪ੍ਰਾਇਓਰਟੀਜ਼ ਨੇ ਜਾਂ ਇਕਨੋਮਿਕ ਪਾਵਰ ਹੈ ਉਹ ਇੱਕ ਕੇਂਦਰ ਬਿੰਦੂ ਦੇ ਤੌਰ ਤੇ ਉੱਭਰ ਰਹੀ ਹੈ। ਮੇਰੇ ਖਿਆਲ ਇਹ ਵੀ ਕਿਤੇ ਨਾ ਕਿਤੇ ਉਸੇ ਚੀਜ਼ ਦਾ ਹਿੱਸਾ ਹੈ ਵੀ ਜਿਹੜੇ ਜਿੱਦਾਂ ਹੁਣ ਚਾਈਨਾ ਤੇ ਅਮਰੀਕਾ, ਜਾਂ ਰਸ਼ੀਆ ਤੇ ਯੂਕਰੇਨ, ਰਸ਼ੀਆ ਤੇ ਅਮਰੀਕਾ, ਜਾਂ ਯੂਰਪ ਤੇ ਚਾਈਨਾ, ਇਹ ਇੱਕ ਦੂਜੇ ਨੂੰ ਅੱਖਾਂ ਜ਼ਰੂਰ ਦਿਖਾ ਰਹੇ ਨੇ, ਗੱਲਾਂ ਦੇ ਵਿੱਚ ਇੱਕ ਦੂਜੇ ਨੂੰ ਜ਼ਰੂਰ ਭੰਡ ਰਹੇ ਨੇ, ਪਰ ਫੌਜੀ ਹਮਲਾ ਕਰਨ ਦੇ ਵਿੱਚ ਕੋਈ ਵੀ ਸਹਿਮਤ ਨਹੀਂ ਲੱਗਦਾ। ਦੇਖੋ ਸਿਮਰਤ ਜੀ, ਦ ਵਰਲਡ ਆਰਡਰ ਹੈਜ਼ ਚੇਂਜਡ। ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ 2000 ਜਿਹੜਾ ਅੱਜ ਤੋਂ 2000 ਤੋਂ ਲੈ ਕੇ 2010 ਤੱਕ ਦੇ ਅਸੀਂ ਡੈਕੇਡ ਵਿੱਚ ਜੀ ਰਹੇ ਹਾਂ, ਜਾਂ 90 ਤੋਂ ਜਿਹੜਾ 2000 ਤੱਕ ਦਾ ਡੈਕੇਡ ਸੀ ਉਹਦੇ ਵਿੱਚ ਅਸੀਂ ਜੀ ਰਹੇ ਹਾਂ। ਹਾਂਜੀ, ਉਹਦੇ ਵਿੱਚ ਗੱਲ ਇਹ ਹੈ ਕਿ ਸਾਨੂੰ ਇਹ ਜ਼ਰੂਰ ਦੇਖਣਾ ਪਏਗਾ ਕਿ ਕੋਈ ਵੀ ਕੰਟਰੀ ਹੈ ਕਿ ਉਹ ਇੰਨਾ ਸક્ષਮ ਹੈ ਕਿ ਉਹ ਲੜਾਈ ਕਰ ਸਕੇ। ਮਿਲਟਰੀ ਕਨਫਰੰਟ ਹੋ ਸਕਦਾ ਹੈ, ਕਿਉਂਕਿ ਉਹਦੇ ਨਾਲ ਜੋ ਨੁਕਸਾਨ ਹੋਣ ਦਾ ਉਹ ਕੱਲਾ ਸਿਰਫ ਮਿਲਟਰੀ ਦਾ ਨੁਕਸਾਨ ਨਹੀਂ ਹੁੰਦਾ, ਜੋ ਇਕਨੋਮਿਕਲੀ ਤੁਸੀਂ ਸੈਟਬੈਕ ਤੁਹਾਨੂੰ ਲੱਗਦਾ, ਤੁਸੀਂ ਇੱਕ ਕੰਟਰੀ ਜੇ 1 ਸਾਲ ਵੀ ਜਾਂ ਮੈਂ ਕਹਿੰਦਾ ਵੀ 4 ਮਹੀਨੇ ਵੀ ਕੋਈ ਵਾਰ ਲੜਦੀ ਹੈ ਤਾਂ ਉਹ ਘੱਟੋ ਘੱਟ 10 ਸਾਲ ਪਿੱਛੇ ਚਲੀ ਜਾਂਦੀ ਹੈਗੀ। ਬਿਲਕੁਲ। ਸੋ ਉਹ ਕੋਈ ਅਫੋਰਡ ਨਹੀਂ ਕਰ ਸਕਦਾ ਹੈ, ਔਰ ਖਾਸ ਕਰਕੇ ਡਿਵੈਲਪ ਜਿਹੜੇ ਕੰਟਰੀ ਹੈ ਨੇ ਉਹ ਤਾਂ ਬਿਲਕੁਲ ਨਹੀਂ ਕਰ ਸਕਦੇ। ਬਿਲਕੁਲ ਨਹੀਂ ਕਰ ਸਕਦੇ। ਮੈਂ ਇੱਥੇ ਕਹਿੰਦਾ ਕਿ ਥਰਡ ਵਰਲਡ ਕੰਟਰੀ ਜਿਹੜੇ ਉਹ ਫਿਰ ਵੀ ਕਰ ਲੈਣਗੇ, ਕਿਉਂਕਿ ਉਹਨਾਂ ਕੋਲ ਸਸਟੇਨ ਕਰਨ ਦੀ ਪਾਵਰ ਹੈ, ਸਸਟੇਨੇਬਿਲਿਟੀ ਹੈ ਆਮ ਜਨਤਾ ਦੀ, ਉਹ ਬਹੁਤ ਜ਼ਿਆਦਾ ਹੈਗੀ ਹੈ। ਲੇਕਿਨ ਜਿਹੜੇ ਡਿਵੈਲਪ ਕੰਟਰੀ ਨੇ ਉਹਨਾਂ ਕੋਲ ਆਮ ਜਨਤਾ ਨੂੰ ਸਸਟੇਨ ਕਰਨ ਵਾਸਤੇ ਉਹ ਚੀਜ਼ ਉਨੀ ਪਾਵਰ ਨਹੀਂ ਹੈ, ਉਹ ਸਿਸਟਮ ਨਹੀਂ ਹੈਗਾ। ਇੱਥੇ ਤਾਂ ਥੋੜੀ ਜਿਹੀ ਕੋਈ ਚੀਜ਼ ਹੋਵੇ ਉਹ ਸਰਕਾਰ ਨੂੰ ਹੱਥਾਂ ਪੈਰ ਦੀ ਪੈ ਜਾਂਦੀ ਹੈ ਜੀ, ਨਹੀਂ ਅਸੀਂ ਗਰਮੀ ਸਰਦੀਆਂ ਕਿੱਦਾਂ ਕੱਢਾਂਗੇ। ਸੋ ਜਿਹੜੀ ਦ ਪਾਵਰ ਆਫ ਟੂ ਲਿਵ ਅਲੋਂਗ ਵਿਦ ਦ ਨੇਚਰ ਉਹ ਉਹਨਾਂ ਕੋਲ ਜ਼ਿਆਦਾ ਹੈ, ਇਹਨਾਂ ਕੰਟਰੀਜ਼ ਕੋਲ ਨਹੀਂ ਜ਼ਿਆਦਾ ਹੈ।
ਅੱਛਾ, ਇੱਥੇ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਕਿਉਂਕਿ ਹੁਣ ਬੀਜਿੰਗ ਦੇ ਵਿੱਚ ਜਿਹੜੀਆਂ ਫਰਵਰੀ ਦੇ ਵਿੱਚ ਵਿੰਟਰ ਓਲੰਪਿਕਸ ਹੋਣੀਆਂ ਨੇ, ਇੱਕ ਜਿਹੜੀ ਨਵੀਂ ਡਿਵੈਲਪਮੈਂਟ ਇਹ ਹੋਈ ਆ ਵੀ ਬਾਈਡਨ ਸਾਹਿਬ ਕਹਿ ਰਹੇ ਨੇ ਵੀ ਉਹ ਪਲਾਨ ਬਣਾ ਰਹੇ ਨੇ ਵੀ ਅਸੀਂ ਜਿਹੜਾ ਵਿੰਟਰ ਓਲੰਪਿਕਸ ਹੈ ਉਹਦਾ ਡਿਪਲੋਮੈਟਿਕ ਬਾਈਕਾਟ ਕਰਾਂਗੇ। ਦੂਸਰੇ ਪਾਸੇ ਕਿਉਂਕਿ ਕੈਨੇਡਾ ਦੇ ਨਾਲ ਵੀ ਚਾਈਨਾ ਦੀ ਕਾਫੀ ਟਸਲ ਚੱਲ ਰਹੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ, ਤੇ ਹੁਣ ਜਿਹੜੀ ਇੱਕ ਨਵੀਂ ਰਿਪੋਰਟ ਆਈ ਹੈ ਜਿਹੜੀ ਸੀਸਸ ਹੈ, ਸਪਾਈ ਏਜੰਸੀ ਹੈ ਕੈਨੇਡਾ ਦੀ, ਉਹਨੇ ਸਰਕਾਰ ਨੂੰ ਵਾਰਨ ਕੀਤਾ ਹੈ ਵੀ ਜਿਹੜੀ ਚਾਈਨਾ ਹੈ ਉਹ ਲਗਾਤਾਰ ਜਿਹੜਾ ਕੈਨੇਡੀਅਨ ਮੀਡੀਆ ਹੈ ਜਾਂ ਕੈਨੇਡੀਅਨ ਨਿਊਜ਼ ਕੰਟੈਂਟ ਹੈ ਉਹਨੂੰ ਆਪਣੇ ਹਿਸਾਬ ਦੇ ਨਾਲ ਮੈਨੂਪੂਲੇਟ ਕਰ ਰਿਹਾ। ਸੋ ਇਹਦੇ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਤੁਸੀਂ ਵੀ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਕੈਨੇਡਾ ਨੂੰ ਵੀ ਜਿਹੜਾ ਡਿਪਲੋਮੈਟਿਕ ਬਾਈਕਾਟ ਕਰਨਾ ਚਾਹੀਦਾ ਬੀਜਿੰਗ ਵਿੰਟਰ ਓਲੰਪਿਕਸ ਦਾ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਉਹ ਮੈਂ ਸਿਰਫ ਉਹੀ ਗੱਲ ਕਰਨਾ ਚਾਹੁੰਦਾ ਕਿ ਹੁਣ ਇਹ ਅਸੀਂ ਜਿਹੜਾ ਬਾਈਕਾਟ ਕਰਨਾ, ਸੈਂਕਸ਼ਨਸ ਲਾ ਦੇਣੀਆਂ, ਇਹਨੂੰ ਇਹ ਲੜਾਈ ਦਾ ਇੱਕ ਨਵਾਂ ਤਰੀਕਾ ਹੋਏਗਾ। ਨਵੀਂ ਤਰ੍ਹਾਂ ਦੀ ਲੜਾਈ ਹੈਗੀ ਜੀ। ਜਦ ਕੋਲਡ ਵਾਰ ਦੀ ਆਪਾਂ ਗੱਲ ਕਰਦੇ ਹੈਗੇ ਆ 50s ਤੋਂ ਪਹਿਲਾਂ ਦੀ, ਤਾਂ ਕੋਲਡ ਵਾਰ ਜਿਹੜਾ ਐਰਾ ਸੀ ਉਹ ਚੀਜ਼ ਇਹੀ ਸੀ ਨਾ, ਸੈਂਕਸ਼ਨਸ ਸੀ, ਲੋਕ ਆਪਸ ਵਿੱਚ ਨਹੀਂ ਵਰਤਦੇ ਸੀ। ਜਦ ਆਪਾਂ ਕਿਸੇ ਨੂੰ ਵਰਤਦੇ ਨਹੀਂ ਹੈਗੇ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਇੱਕ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਕਰ ਰਹੇ ਹਾਂ ਕਿ ਇਹਦਾ ਹੁੱਕਾ ਪਾਣੀ ਬੰਦ ਕਰ ਦਿਓ। ਬਿਲਕੁਲ, ਹੁੱਕਾ ਪਾਣੀ ਬੰਦ ਕਰਨ ਨਾਲ ਕੀ ਹੁੰਦਾ ਸੀ ਕਿ ਜਿਹੜੀ ਉਹਦੀ ਆਊਟਗੋਇੰਗ ਔਰ ਇਨਕਮਿੰਗ ਜਿਹੜੀ ਉਹਦੀ, ਚਾਹੇ ਉਹ ਸੋਸ਼ਲ ਸੀ ਚਾਹੇ ਉਹ ਇਕਨੋਮਿਕ ਸੀ, ਦੋਨੋਂ ਚੀਜ਼ਾਂ ਬੰਦ ਹੋ ਜਾਂਦੀਆਂ ਸੀ। ਮਤਲਬ ਇੱਕ ਤਰ੍ਹਾਂ ਦਾ ਉਹਨੂੰ ਸਬਕ ਸਿਖਾਉਣ ਵਾਲੀ ਗੱਲ ਹੁੰਦੀ ਸੀ। ਬਿਲਕੁਲ। ਹੁਣ ਉਹ ਚੀਜ਼ ਅੱਜ ਦੀ ਡੇਟ ਵਿੱਚ ਆਪਾਂ ਨੂੰ ਕਹੀਏ ਉਹਨੂੰ ਆਪਾਂ ਸੈਂਕਸ਼ਨ ਲਾ ਦਿੰਦੇ ਹਾਂ, ਜਿਵੇਂ ਇਰਾਨ ਤੇ ਜਾਂ ਗੱਲ ਕਰੀਏ ਜਾਂ ਇਰਾਕ ਤੇ ਆਪਾਂ ਗੱਲ ਕਰਦੇ ਸੀ, ਚਾਹੇ ਅਫਗਾਨਿਸਤਾਨ ਦੀ ਗੱਲ ਕਰ ਰਹੇ ਹਾਂ, ਜੋ ਵੀ ਉਹਨੂੰ ਸੈਂਕਸ਼ਨ ਲਾਉਣ ਦੇ ਨਾਲ ਹੀ ਉਹਨੂੰ ਅੱਧਾ ਘੰਟੇ ਨੂੰ ਖਤਮ ਕੀਤਾ ਜਾ ਸਕਦਾ ਹੈਗਾ। ਬਿਲਕੁਲ। ਸੋ ਹੁਣ ਉਹਨੂੰ ਲੜਨ ਦੀ ਕੀ ਲੋੜ ਹੈ ਫਿਰ ਆਪਾਂ ਨੂੰ ਇਸ ਚੀਜ਼ ਦੀ? ਫਿਰ ਆਪਾਂ ਲੋਕਾਂ ਦੀ ਜਿਹੜੀ ਜਾਨ ਮਾਰ ਕੇ ਉਹਨੂੰ ਕਰਨ ਬਗੈਰ ਆਪਾਂ ਉਸ ਕੀਤੇ ਨੂੰ, ਉਸ ਕੰਟਰੀ ਨੂੰ ਆਪਾਂ ਖਤਮ ਕਰ ਸਕਦੇ ਹੈਗੇ, ਉਸ ਕੰਟਰੀ ਨੂੰ ਆਪਾਂ ਨੁਕਸਾਨ ਪਹੁੰਚਾ ਸਕਦੇ ਹੈਗੇ। ਫਿਰ ਆਪਾਂ ਨੂੰ ਉੱਥੇ ਲੋਕਾਂ ਨੂੰ ਜਿਹੜੇ ਨਿਹੱਥੇ ਨੇ ਉਹਨਾਂ ਨੂੰ ਮਾਰਨ ਦਾ ਤਾਂ ਕੋਈ ਲੌਜਿਕ ਹੀ ਨਹੀਂ। ਬਿਲਕੁਲ। ਸੋ ਇਸ ਕਰਕੇ ਸਾਰੀਆਂ ਜਿਹੜਾ ਚੀਜ਼ ਹੈ ਵਰਲਡ ਆਰਡਰ ਚੇਂਜ ਹੋ ਰਿਹਾ। ਤੁਸੀਂ ਹੋਰ ਦੇਖਿਓ, ਤੁਸੀਂ ਆਉਣ ਵਾਲੇ 5 ਸਾਲ ਦੇ ਵਿੱਚ ਆਪਾਂ ਇਸ ਤੇ ਪ੍ਰੋਗਰਾਮ ਵੀ ਕਰਨਾ ਚਾਹਾਂਗੇ ਕਿ ਜਿਹੜਾ ਮਿਡਲ ਈਸਟਰਨ ਦਾ ਜੋ ਸਿਨੈਰੀਓ ਹੋਣ ਵਾਲਾ ਹੈ, ਇਟ ਵਿਲ ਬੀ ਡਰੈਸਟਿਕਲੀ ਚੇਂਜ ਉਸ ਵਿੱਚ ਆਏਗੀ। ਸੋ ਚਾਈਨਾ ਨੂੰ ਇਸ ਚੀਜ਼ ਦਾ ਪਹਿਲਾਂ ਪਤਾ ਲੱਗ ਗਿਆ, ਉਹ ਡਰ ਮਹਿਸੂਸ ਕਰ ਰਿਹਾ ਹੈ ਕਿ ਆਉਣ ਵਾਲਾ ਜਿਹੜਾ ਮੇਰਾ ਟਾਈਮ ਹੈ, ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ, ਜੇ ਇਸ ਤਰ੍ਹਾਂ ਮੈਨੂੰ ਆਈਸੋਲੇਸ਼ਨ ਹੁੰਦੀ ਰਹੀ, ਤਾਂ ਮੇਰਾ ਤਾਂ ਜਿਹੜਾ ਮੇਨ ਚੀਜ਼ ਹੈ ਸਰ 1.5 ਬਿਲੀਅਨ ਉਹਨਾਂ ਦੀ ਪਾਪੂਲੇਸ਼ਨ ਹੈ, ਉਹਨੂੰ ਫੀਡ ਕਰਨ ਵਾਸਤੇ ਉਹਨੂੰ ਕਿੰਨਾ ਚੀਜ਼ ਇੰਪੋਰਟ ਕਰਨੀ ਪੈਂਦੀ, ਕਿੰਨੀ ਚੀਜ਼ ਐਕਸਪੋਰਟ ਕਰਨੀ ਪਏਗੀ ਉਹਨੂੰ ਮੇਨਟੇਨ ਕਰਨ ਵਾਸਤੇ। ਇਕੱਲਾ ਜੇ ਤੁਸੀਂ ਆਪਾਂ ਆਰਮਸ ਨੂੰ ਰੇਸ ਵਿੱਚ ਜਾ ਕੇ, ਆਰਮਸ ਰੇਸ ਹੁਣ ਖਤਮ ਹੋ ਚੁੱਕੀ ਹੈ, ਆਰਮਸ ਦੇ ਨਾਮ ਦੀ ਰੇਸ ਰਹਿ ਜਾਏਗੀ ਥੋੜਾ ਟਾਈਮ ਵਿੱਚ। ਤੁਸੀਂ ਅੱਜ ਦੇਖਿਓ 5 ਇਅਰਸ ਵਿੱਚ ਆਰਮਸ ਦੀ ਰੇਸ ਇਸ ਤਰ੍ਹਾਂ ਆਰਮਸ ਆ ਜਾਣਗੇ ਕਿ ਜਿਹੜੀ ਨਾਰਮਲ ਆਰਮਸ ਦੀ ਖਤਮ ਹੋ ਜਾਏਗੀ ਬਿਲਕੁਲ। ਸੋ ਚਾਈਨਾ ਨੂੰ ਰਿਟੇਲੀਏਟ ਕਰਨਾ ਹੀ ਕਰਨਾ, ਉਹ ਇਹ ਜਿਹੜੀ ਹੈ ਸਾਰਾ ਸਾਈਕੋਲੋਜੀਕਲ ਚੀਜ਼ ਹੋ ਰਹੀ ਹੈ। ਸਾਈਕੋਲੋਜੀਕਲ ਉਹ ਕਿਤੇ ਨਾ ਕਿਤੇ ਫੀਲ ਕਰਦਾ ਕਿ ਸ਼ਾਇਦ ਮੈਂ ਕਿਤੇ ਤੋਂ ਘੱਟ ਨਾ ਰਹਿ ਜਾਵਾਂ, ਔਰ ਹਮੇਸ਼ਾ ਹੀ ਐ ਹੁੰਦਾ ਜਦ ਬੰਦੇ ਨੂੰ ਇਹ ਲੱਗਦਾ ਕਿ ਮੇਰੀ ਪਾਵਰ ਘਟ ਰਹੀ ਹੈ, ਮੇਰੀ ਪੁੱਛਗਿੱਛ ਘਟ ਰਹੀ ਹੈ, ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਸ਼ੋਅ ਦਾ ਕਰਦਾ ਹੀ ਨਾ ਕਿ ਅਜ਼ਰਟ ਕਰਦਾ ਕਿ ਨਹੀਂ ਆਈ ਐਮ ਸਟਿਲ ਦੇਅਰ। ਬਿਲਕੁਲ। ਔਰ ਚਾਈਨਾ ਵਾਪਸ ਆਉਣ ਦੀ ਜ਼ਰੂਰ ਕੋਸ਼ਿਸ਼ ਕਰੇਗਾ ਇਸ ਚੀਜ਼ ਵਿੱਚ, ਲੇਕਿਨ ਜੋ ਸਟ੍ਰੈਟਜੀ ਅਪਣਾ ਰਿਹਾ ਉਹ ਬਿਲਕੁਲ ਗਲਤ ਹੈ। ਅੱਛਾ ਹਰਕੀਰਤ ਜੀ, ਅੱਜ ਦੀ ਜਿਹੜੀ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ ਤੇ ਆਪਣੀ ਜਿਹੜੀ ਵੱਡੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅਗਲੇ ਹਫਤੇ ਫਿਰ ਤੁਹਾਡੇ ਲਈ ਕੁਝ ਨਵੇਂ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੋਵਾਂਗੇ ਤੇ ਉਹਨਾਂ ਤੇ ਚਰਚਾ ਕਰਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।